ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੋਤੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਲਿਖੀ ਹੋਈ ਪੁਸਤਕ ਆਓ ਪੰਛੀ ਝਾਤ ਮਾਰੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਈ ਕੋਟ ਹੋਏ ਪੁਜਾਰੀ। ਪੂਜੇ ਦੀ ਪੂਜਾ ਕਰਨ ਵਾਲਾ ਪੁਜਾਰੀ ਹੈ। ਪੂਜਾ ਕਈ ਤਰ੍ਹਾਂ ਦੀ ਹੈ। ਕੁਝ ਫੁੱਲ ਫਲ ਜਾਂ ਮਿਸ਼ਟਾਨ ਇਤਿਆਦਿਕ ਰੱਖ ਕੇ ਵਿਸ਼ੇਸ਼ ਤਰ੍ਹਾਂ ਦੀ ਬੰਦਨਾ ਕਰਨਾ ਪੂਜਾ ਹੈ। ਭਾਵਕ ਪੁਰਸ਼ਾਂ ਨੇ ਪੂਜਾ ਬੰਦਨਾ ਨੂੰ ਜਨਮ ਦਿੱਤਾ। ਇਹ ਪੂਜਾ ਬੰਦਨਾ ਸਾਰੇ ਕਰ ਸਕਣ, ਹਰ ਇੱਕ ਅੰਦਰ ਪ੍ਰਭੂ ਮਿਲਣ ਦੀ ਜਿਗਿਆਸਾ ਪੈਦਾ ਹੋ ਸਕੇ, ਤਾਂ ਉਹਨਾਂ ਪੁਜਾਰੀਆਂ ਦਾ ਜਨਮ ਹੋਇਆ ਜੋ ਸਾਰਾ ਦਿਨ ਸਾਰੀ ਜ਼ਿੰਦਗੀ ਧਰਮ ਮੰਦਰਾਂ ਵਿੱਚ ਰਹਿ ਕੇ ਧਰਮ ਦੀ ਸਿੱਖਿਆ ਦੀਕਸ਼ਾ ਦੇ ਸਕਣ। ਹਰ ਧਾਰਮਿਕ ਸੰਪਰਦਾ ਅੰਦਰ ਪੁਜਾਰੀਆਂ ਦੇ ਵੱਖ-ਵੱਖ ਦਰਜੇ ਹਨ ਜੋ ਉਹਨਾਂ ਦੀ ਵਿਦਿਆ ਭਾਵਨਾ ਤੇ ਕਰਮ ਅਨੁਸਾਰ ਦਿੱਤੇ ਜਾਂਦੇ ਹਨ। ਕਿਸੇ ਕਿਸੇ ਮਨੁੱਖ ਦੇ ਸੰਸਕਾਰ ਇਤਨੇ ਪ੍ਰਬਲ ਹੁੰਦੇ ਹਨ ਕਿ ਜਨਮ ਤੋਂ ਪੂਜਾ ਕਰਨ ਦੀ ਰੁਚੀ ਲੈ ਕੇ ਆਉਂਦਾ ਹੈ, ਬੜੇ ਭਗਤੀ ਭਾਵ ਨਾਲ ਪੂਜਾ ਕਰਦਾ ਹੈ। ਐਸੀ ਪੂਜਾ ਹੋਰ ਕਈ ਜੀਵਾਂ ਅੰਦਰ ਪੈਦਾ ਹੋ ਜਾਵੇ ਤਾਂ ਸਥਾਈ ਪੁਜਾਰੀ ਰੱਖਣੇ ਪਏ। ਪੁਜਾਰੀ ਦੀ ਦੈਨਿਕ ਨਿੱਜੀ ਕਿਰਪਾ ਦਾ ਸ਼ਰਧਾਲੂਆਂ 'ਤੇ ਖਾਸ ਅਸਰ ਪੈਂਦਾ ਹੈ। ਇਸ ਵਾਸਤੇ ਪੁਜਾਰੀ ਦੀ ਜ਼ਿੰਦਗੀ ਅਤੀ ਪਵਿੱਤਰ ਹੋਣੀ ਚਾਹੀਦੀ ਹੈ ਤਾਂ ਕਿ ਜਗਤ ਉਹਨਾਂ ਦੇ ਪਦ ਚਿੰਨ੍ਹਾਂ 'ਤੇ ਚੱਲ ਸਕੇ। ਮਸਜਿਦ ਅੰਦਰ ਜੋ ਦੂਜਿਆਂ ਨੂੰ ਨਮਾਜ਼ ਪੜ੍ਹਾ ਕੇ ਖੁਦਾ ਨਾਲ ਜੋੜਨ ਦਾ ਉਪਰਾਲਾ ਕਰੇ, ਉਹ ਮੌਲਵੀ ਹੈ। ਪ੍ਰਾਰਥਨਾ ਕਰਾ ਕੇ ਈਸ਼ਵਰ ਨਾਲ ਜੋੜਨਾ, ਇਹ ਪਾਦਰੀ ਦੇ ਹਿੱਸੇ ਆਇਆ ਹੈ। ਪੂਜਾ ਅਰਚਾ ਬੰਦਨਾ ਕਰਾ ਕੇ ਵੇਦ ਪੜ੍ਹਾ ਕੇ ਕਰਤਾ ਪੁਰਖ ਨਾਲ ਜੋੜਨਾ, ਇਹ ਬ੍ਰਾਹਮਣ ਦਾ ਕੰਮ ਮੰਨ ਲਿਆ ਗਿਆ। ਯਹੂਦੀਆਂ ਵਿੱਚ ਬਕਾਇਦਾ ਬਿਸ਼ਪ ਹੁੰਦੇ ਹਨ ਤੇ ਤਿੱਬਤ ਵਿੱਚ ਇਹ ਕਾਰਜ ਲਾਮੇ ਕਰ ਰਹੇ ਹਨ। ਹਰ ਸੰਪਰਦਾ ਨੇ ਇਸ ਤਰ੍ਹਾਂ ਦੇ ਵੱਖ-ਵੱਖ ਪੁਜਾਰੀਆਂ ਨੂੰ ਜਨਮ ਦਿੱਤਾ ਹੈ। ਗੁਰਮਤਿ ਅੰਦਰ ਵੀ ਇਹ ਆਪਣਾ ਇੱਕ ਖਾਸ ਸਥਾਨ ਰੱਖਦੇ ਹਨ। ਮੂਲ ਰੂਪ ਵਿੱਚ ਸਤਿਗੁਰਾਂ ਨੇ ਮਸੰਦ ਪ੍ਰਥਾ ਨੂੰ ਜਨਮ ਦਿੱਤਾ ਸੀ, ਲੇਕਿਨ ਮਸੰਦ ਭ੍ਰਸ਼ਟ ਹੋ ਗਿਆ। ਮਸੰਦ ਫਾਰਸੀ ਦੇ ਮਸਨਦ ਸ਼ਬਦ ਦਾ ਪੰਜਾਬੀ ਰੂਪ ਹੈ। ਮਸਨਦ ਦਾ ਮਤਲਬ ਹੈ ਮੰਜੀ, ਤਖਤਪੋਸ਼। ਸਤਿਗੁਰਾਂ ਦੀ ਤਰਫੋਂ ਜਿਨ੍ਹਾਂ ਨੂੰ ਮੰਜੀ ਬਖਸ਼ਿਸ਼ ਹੋ ਜਾਂਦੀ ਸੀ ਉਸ ਨੂੰ ਮਸੰਦ ਕਹਿੰਦੇ ਸਨ। ਇਸ ਪੁਜਾਰੀ ਟੋਲੇ ਦੇ ਭ੍ਰਸ਼ਟ ਹੋਣ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਪ੍ਰਥਾ ਬਦਲਣੀ ਪਈ ਤੇ ਅੱਗੇ ਵਾਸਤੇ 5 ਪਿਆਰਿਆਂ ਨੂੰ ਦੀਕਸ਼ਤ ਕਰਨ ਦੀ ਆਗਿਆ ਦਿੱਤੀ ਗਈ। ਗੁਰਮਤਿ ਦਾ ਪ੍ਰਚਾਰ ਹੋ ਸਕੇ, ਲੋਕੀ ਗੁਰਮਤਿ ਨਾਲ ਜੁੜ ਕੇ ਅਕਾਲ ਪੁਰਖ ਤੱਕ ਰਸਾਈ ਕਰ ਸਕਣ, ਤਾਂ ਗ੍ਰੰਥੀ, ਰਾਗੀ, ਢਾਡੀ, ਕਥਾਵਾਚਕ, ਪ੍ਰਚਾਰਕ ਸ਼੍ਰੇਣੀ ਦਾ ਜਨਮ ਹੋਇਆ। ਹਰ ਸੰਪਰਦਾ ਨੇ ਐਸੀ ਟਕਸਾਲ ਖੋਲ੍ਹੀ ਹੋਈ ਹੈ ਜਿਸ ਵਿੱਚ ਪੁਜਾਰੀ, ਬ੍ਰਾਹਮਣ, ਪਾਦਰੀ, ਮੌਲਵੀ, ਬਿਸ਼ਪ ਤੇ ਗ੍ਰੰਥੀ ਪ੍ਰਚਾਰਕ ਪੈਦਾ ਹੋ ਸਕਣ। ਈਸਾਈ ਜਗਤ ਵਿੱਚ ਹਰ ਪਾਦਰੀ ਨੂੰ ਉਸ ਦੀ ਯੋਗਤਾ ਮੁਤਾਬਕ ਸਾਰੀਆਂ ਸਹੂਲਤਾਂ ਮਿਲੀਆਂ ਹੋਈਆਂ ਹਨ। ਉਸ ਨੂੰ ਫਾਦਰ ਆਖਿਆ ਜਾਂਦਾ ਹੈ। ਉਸ ਦਾ ਸਨਮਾਨ ਈਸ਼ਵਰੀ ਸਨਮਾਨ ਸਮਝਿਆ ਜਾਂਦਾ ਹੈ। ਬ੍ਰਾਹਮਣ ਪੁਜਾਰੀ ਨੇ ਵੀ ਹਿੰਦੂ ਜਗਤ ਵਿੱਚ ਆਪਣਾ ਇੱਕ ਖਾਸ ਰੁਤਬਾ ਬਣਾਈ ਰੱਖਿਆ ਹੈ। ਮੌਲਵੀ ਨੂੰ ਬਹੁਤ ਸਾਰੇ ਸਮਾਜਿਕ ਫੈਸਲੇ ਕਰਨ ਦਾ ਅਧਿਕਾਰ ਵੀ ਇਸਲਾਮ ਨੇ ਦਿੱਤਾ ਹੋਇਆ ਹੈ। ਜਿਸ ਦੇ ਥਾਂ ਤੇ ਪੁਜਾਰੀ ਦਾ ਚਲਣ ਨੀਵਾਂ ਹੋਇਆ, ਉੱਥੇ ਨਾਸਤਿਕਤਾ ਫੈਲਦੀ ਗਈ। ਰੂਸ ਦੀ ਕ੍ਰਾਂਤੀ ਵਿੱਚ ਈਸਾਈ ਪਾਦਰੀਆਂ ਤੇ ਮੌਲਵੀਆਂ ਦੇ ਨੀਵੇਂ ਚੱਲਣ ਦੇ ਖਾਸ ਕੰਮ ਕੀਤਾ, ਜਿਸ ਦਾ ਸਦਕਾ ਉੱਥੋਂ ਧਰਮ ਨੂੰ ਵਿਦਾ ਕਰ ਦਿੱਤਾ ਗਿਆ। ਆਪਣੇ ਸਵਾਰਥ ਸਿੱਧੀ ਲਈ ਅਗਲੇ ਨੂੰ ਗੁੰਮਰਾਹ ਕਰੀ ਜਾਣਾ ਜਦ ਪੁਜਾਰੀ ਦਾ ਮਨੋਰਥ ਬਣ ਗਿਆ ਤਾਂ ਧਰਮ ਵਿਰੋਧੀ ਕ੍ਰਾਂਤੀ ਦਾ ਜਨਮ ਹੋਣਾ ਹੀ ਸੀ। ਇਸਲਾਮ ਦਾ ਮੌਲਵੀ ਕਾਜੀ ਵੀ ਕਈ ਥਾਂ ਤੇ ਬਹੁਤ ਨੀਵਾਂ ਹੋਇਆ ਹੈ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਭਾਈ ਗੁਰਦਾਸ ਜੀ, ਵਾਰ ਪਹਿਲਾ, ਪੌੜੀ 30, ਵਾਰ 1, ਪੌੜੀ 30। ਸਰਬਗੁਣ ਸੰਪੂਰਨਤਾ ਕੇਵਲ ਪਰਮਾਤਮਾ ਹੈ। ਮਨੁੱਖਾਂ ਦੀ ਮਨੁੱਖੀ ਕਮਜ਼ੋਰੀ ਦੀ ਘਾਟ ਅਕਸਰ ਹੁੰਦੀ ਹੈ। ਅਸੀਂ ਗੁਰਮਤਿ ਦੀ ਪੁਜਾਰੀ ਕਲਾਸ ਵੱਲ ਜਾਈਏ ਤਾਂ ਵੇਖਣ ਨੂੰ ਇਹ ਮਿਲਦਾ ਹੈ ਕਿ ਯੋਗ ਪੁਰਸ਼ਾਂ ਨੂੰ ਸਹੀ ਸਨਮਾਨ ਨਾ ਮਿਲਣ ਕਰਕੇ ਇਸ ਕਿਰਤ ਨੂੰ ਛੱਡ ਗਏ ਤਾਂ ਸਹਿਜੇ ਸਹਿਜੇ ਯੋਗ ਪੁਰਸ਼ਾਂ ਦੀ ਭਰਮਾਰ ਹੋ ਗਈ। ਗੁਰਮਤਿ ਅੰਦਰ ਪਹਿਲ ਧਾਰਮਿਕ ਮੰਦਰ ਮਹੰਤਾਂ ਪਾਸ ਸਨ। ਜਦ ਕੁਝ ਮਹੰਤ ਆਪਣੀ ਪਵਿੱਤਰਤਾ ਖੋਹ ਬੈਠੇ ਤਾਂ ਸਾਨੂੰ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣਾ ਪਿਆ। ਨੀਅਤ ਇਹ ਸੀ ਕਿ ਅਸੀਂ ਗੁਰਮਤਿ ਦਾ ਸਹੀ ਪ੍ਰਚਾਰ ਕਰਕੇ ਮਨਮਤ ਦੂਰ ਕਰਾਂਗੇ, ਪਰ ਮੈਂ ਵੇਖਦਾ ਹਾਂ ਉਹ ਸੁਪਨਾ ਸਾਕਾਰ ਨਹੀਂ ਹੋਇਆ ਹੈ। ਜਿਨ੍ਹਾਂ ਦੇ ਹੱਥ ਪ੍ਰਬੰਧ ਆਇਆ ਹੈ ਉਹ ਕੋਈ ਬਹੁਤ ਅੱਛਾ ਕਿਰਦਾਰ ਪੇਸ਼ ਨਹੀਂ ਕਰ ਸਕੇ ਤੇ ਕੁਝ ਅਗਰ ਕਿਰਦਾਰ ਦੇ ਧਨੀ ਹਨ ਤਾਂ ਇਹ ਆਟੇ ਵਿੱਚ ਲੂਣ ਦੇ ਬਰਾਬਰ ਹਨ। ਸਹਿਜੇ ਸਹਿਜੇ ਉਹ ਟਕਸਾਲਾਂ ਜੋ ਗ੍ਰੰਥੀ, ਰਾਗੀ, ਕਥਾਵਾਚਕ ਨੂੰ ਜਨਮ ਦਿੰਦੀਆਂ ਸਨ ਬੰਦ ਹੋ ਗਈਆਂ ਹਨ ਜਾਂ ਲੰਗੜਾ ਕੇ ਚੱਲ ਰਹੀਆਂ ਹਨ ਔਰ ਗੁਰਮਤਿ ਪ੍ਰਚਾਰ ਦੀ ਬੜੀ ਦੀਨ ਦਸ਼ਾ ਹੈ।
ਇਸ ਦੀਨ ਦਸ਼ਾ ਦੇ ਅਨੇਕਾਂ ਕਾਰਨਾਂ ਵਿੱਚੋਂ ਇੱਕ ਇਹ ਵੀ ਕਾਰਨ ਹੈ ਕਿ ਅਸੀਂ ਰਾਗੀ ਗ੍ਰੰਥੀ ਪ੍ਰਚਾਰਕਾਂ ਨੂੰ ਸਦਾ ਦਬਾ ਕੇ ਰੱਖ ਗੁਲਾਮਾਂ ਵਾਲਾ ਕੰਮ ਲਿਆ, ਸਦਾ ਸ਼ੂਦਰ ਸਮਝਦੇ ਰਹੇ, ਜਿਸ ਕਰਕੇ ਚੰਗੇ ਪੁਰਸ਼ਾਂ ਦਾ ਆਵਣਾ ਔਖਾ ਹੋ ਗਿਆ। ਜੋ ਗੁਰਮਤ ਪ੍ਰਚਾਰ ਦਾ ਸ਼ੌਂਕ ਰੱਖਦੇ ਹਨ ਉਹ ਵੀ ਖੁਦ ਜਾਂ ਆਪਣੀ ਔਲਾਦ ਨੂੰ ਗ੍ਰੰਥੀ ਰਾਗੀ ਪ੍ਰਚਾਰਕ ਬਣਾ ਕੇ ਰਾਜੀ ਨਹੀਂ ਹਨ। ਘਰ ਨੂੰ ਤਿਆਗ ਕੇ ਦੂਰ ਜਾ ਕੇ ਗੁਰਬਾਣੀ ਦਾ ਕੀਰਤਨ ਤੇ ਕਥਾ ਸੁਣਾ ਸੰਗਤ ਨੂੰ ਗੁਰਮਤ ਨਾਲ ਜੋੜਨ ਵਿੱਚ ਇਹਨਾਂ ਪੁਰਸ਼ਾਂ ਦਾ ਬਹੁਤ ਵੱਡਾ ਯੋਗਦਾਨ ਹੈ। ਪਰ ਇਸ ਸਰੀਰ ਨੂੰ ਸਦਾ ਇਹ ਆਖ ਕੇ ਫਿਟਕਾਰ ਦਿੱਤਾ ਜਾਂਦਾ ਰਿਹਾ, ਇਹ ਤਾਂ ਪੈਸੇ ਲੈਂਦੇ ਹਨ, ਪੂਜਾ ਦਾ ਧਨ ਖਾਂਦੇ ਹਨ। ਪਰ ਹੁਣ ਇਹਨਾਂ ਅਕਲ ਦੇ ਧਨੀਆਂ ਨੂੰ ਕੌਣ ਦੱਸੇ ਕਿ ਰੋਟੀ ਤਾਂ ਹਰ ਇੱਕ ਨੇ ਖਾਣੀ ਹੁੰਦੀ ਹੈ ਤੇ ਬੱਚੇ ਵੀ ਪਾਲਣੇ ਹੁੰਦੇ ਹਨ। ਇਸ ਪਹਿਲੂ ਦੀ ਕੋਰੀ ਸੋਚ ਸਮਝ ਕੇ ਚੰਗੇ ਮਿਸ਼ਨਰੀ ਪ੍ਰਚਾਰਕਾਂ ਵਾਸਤੇ ਰਸਤੇ ਵਿੱਚ ਰੋੜੇ ਅਟਕਾਏ ਹੋਏ ਹਨ। ਕੋਈ ਸੰਘਰਸ਼ ਕਰਦਾ ਹੋਇਆ ਜੇਕਰ ਕੌਮ ਵਿੱਚ ਆਪਣਾ ਸਥਾਨ ਬਣਾ ਸਕਿਆ ਤਾਂ ਉਸ ਨੂੰ ਹਮੇਸ਼ਾ ਥੱਲੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਨਾ ਸਮਝ ਤੇ ਗੁਰਬਾਣੀ ਬਹੁਤੋਂ ਕੋਰੇ ਵੀ ਟੀਕਾ ਟਿੱਪਣੀ ਕਰਨ ਤੋਂ ਬਾਜ ਨਾ ਆਏ, ਜਿਸ ਨਾਲ ਬਹੁਤ ਥਾਵਾਂ ਤੇ ਗੁਰਮਤ ਪ੍ਰਚਾਰ ਨੂੰ ਸੱਟ ਲੱਗੀ। ਜਦ ਕੋਈ ਗੁਰਮਤ ਪ੍ਰਚਾਰਕ ਮਨਮਤ ਦਾ ਖੰਡਨ ਕਰਨ ਲੱਗਿਆ ਤਾਂ ਮੌਕਾ ਪ੍ਰਸਤਾਂ ਨੇ ਹਮੇਸ਼ਾ ਕਿਨਾਰਾਕਸ਼ੀ ਕੀਤੀ ਤੇ ਮਦਦ ਨਾ ਕੀਤੀ। ਇਹ ਬੁਜ਼ਦਿਲੀ ਵੀ ਪਿਛਾਹਾਂ ਲੈ ਜਾਣ ਦਾ ਕਾਰਨ ਬਣੀ। ਧੀਰਗ ਦ੍ਰਿਸ਼ਟੀ ਨਾਲ ਜਦ ਮੈਂ ਗੁਰਮਤ ਪ੍ਰਚਾਰ ਨੂੰ ਵੇਖਦਾ ਹਾਂ ਤਾਂ ਇਸ ਦਾ ਭਵਿੱਖ ਮੈਨੂੰ ਧੁੰਦਲਾ ਦਿਸਦਾ ਹੈ। ਗੁਰਮਤ ਪ੍ਰਚਾਰ ਵਿੱਚ ਵਾਧਾ ਹੋ ਸਕੇ, ਇਹ ਦੂਰ ਦਰਾਜ ਤੱਕ ਫੈਲਾਇਆ ਜਾ ਸਕੇ, ਕੁਝ ਮੇਰੇ ਸੁਝਾਅ ਹਨ, ਕਿਉਂਕਿ ਇਹ ਧਰਮ ਦੀਆਂ ਲਹਿਰਾਂ ਸੁਮੇਰ ਪਰਬਤ 'ਤੇ ਵੀ ਉਛਲ ਕੇ ਗਈਆਂ ਸਨ। ਗੁਰਮਤ ਦਾ ਇਹ ਨਗਾਰਾ ਬਨਾਰਸ ਤੇ ਹਰਿਦੁਆਰ ਵੀ ਵੱਜਿਆ ਸੀ। ਇਹ ਬੱਦਲ ਮੱਕੇ ਮਦੀਨੇ ਵੀ ਵਰਸਿਆ ਸੀ। ਕੀ ਗੱਲ ਹੈ, ਅੱਜ ਸਾਡਾ ਆਪਣਾ ਘਰ ਵੀ ਸੁੰਨਾ ਤੇ ਬੇਰੌਣਕਾ ਰਹਿ ਗਿਆ। ਸੁਝਾਅ ਮੇਰੇ ਇਹ ਹਨ। ਨੰਬਰ 1, ਸ਼ੁੱਧ ਆਚਰਣ ਰੱਖਣ ਵਾਲੇ ਗ੍ਰੰਥੀ ਰਾਗੀ ਪ੍ਰਚਾਰਕ ਦਾ ਅਸੀਂ ਇਤਨੀ ਉੱਚੀ ਪੱਧਰ ਤੇ ਉਸ ਦਾ ਸਨਮਾਨ ਕਰੀਏ ਜਿਸ ਨਾਲ ਹਰ ਦਿਲ ਤੇ ਉਸ ਦੀ ਗੱਲ ਦਾ ਅਸਰ ਪੈ ਸਕੇ ਤੇ ਉਸ ਦੇ ਵਿਚਾਰ ਕ੍ਰਾਂਤੀ ਦਾ ਕਾਰਨ ਬਣ ਸਕਣ। ਨੰਬਰ 2, ਗੁਰੂ ਦੀ ਗੋਲਕ ਅੱਧੀ ਤੋਂ ਵੀ ਜ਼ਿਆਦਾ ਗੁਰਮਤ ਪ੍ਰਚਾਰ ਤੇ ਖਰਚ ਕੀਤੀ ਜਾਵੇ। ਨੰਬਰ 3, ਸਿੱਖ ਜਗਤ ਵਿੱਚ ਪੁਜਾਰੀ ਸ਼੍ਰੇਣੀ ਨੂੰ ਸਭ ਤੋਂ ਉੱਚੀ ਸ਼ਖਸੀਅਤ ਮੰਨਿਆ ਜਾਵੇ ਤੇ ਧਾਰਮਿਕ ਮਾਮਲਿਆਂ ਦੇ ਫੈਸਲੇ ਇਹਨਾਂ ਦੇ ਹੱਥੋਂ ਕਰਾਏ ਜਾਣ। ਨੰਬਰ 4, ਹਰ ਇੱਕ ਦੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ। ਨੰਬਰ 5, ਪ੍ਰਚਾਰਕਾਂ ਦੀ ਆਰਥਿਕ ਦਸ਼ਾ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਕਿ ਉਹ ਆਪਣੀ ਜ਼ਮੀਰ ਨੂੰ ਉੱਚਾ ਰੱਖ ਸਕਣ। ਨੰਬਰ 6, ਗੁਰਮਤ ਪ੍ਰਚਾਰਕ ਇਸ ਗੱਲ ਦਾ ਖਾਸ ਖਿਆਲ ਰੱਖਣ ਕਿ ਉਹਨਾਂ ਦੇ ਜੀਵਨ ਵਿੱਚ ਮਿੱਠਤ ਨੀਵੀਂ ਅਤੀ ਜ਼ਰੂਰੀ ਹੈ। ਸੰਤੋਖੀ ਤੇ ਪਰਉਪਕਾਰ ਦੀ ਭਾਵਨਾ ਨਾਲ ਆਪਣਾ ਹਿਰਦਾ ਸਦਾ ਭਰੀ ਰੱਖੇ ਤੇ ਗੁਰੂ ਨੂੰ ਆਪਣੇ ਅੰਗ ਸੰਗ ਸਮਝੇ। ਨੰਬਰ 8, ਵਿਵਹਾਰ ਵਿੱਚ ਆਚਾਰ ਦਾ ਖਾਸ ਖਿਆਲ ਰੱਖੇ, ਸਦਾ ਆਪਣੇ ਆਪ ਨੂੰ ਗੁਰਮਤ ਵਿਚਾਰ ਵਿੱਚ ਲੀਨ ਰੱਖੇ, ਕੁਝ ਪੜ੍ਹਦਾ ਰਹੇ ਤਾਂ ਕਿ ਉਪਰਾਮਤਾ ਤੇ ਨਿਰਾਸ਼ਤਾ ਮਨ ਨੂੰ ਨਾ ਘੇਰੇ। ਅਨਮਤ ਦਾ ਵੀ ਅਧਿਐਨ ਕਰੇ ਤਾਂ ਕਿ ਵਕਤ ਸਿਰ ਅਨਮਤੀਆਂ ਨੂੰ ਜਵਾਬ ਦਿੱਤਾ ਜਾ ਸਕੇ। ਉਪਰੋਕਤ ਵਿਚਾਰ ਅਮਲ ਵਿੱਚ ਲਿਆਉਣ ਤੇ ਅਸੀਂ ਗੁਰਮਤ ਪ੍ਰਚਾਰਕ ਬਣ ਸਕਾਂਗੇ। ਫੌਜ ਅੰਦਰ ਅੱਛੇ ਕੰਮ ਕਰਨ ਤੇ ਵਫਾਦਾਰ ਰਹਿਣ ਤੇ ਫੌਜੀ ਨੂੰ ਵੱਡੇ ਵੱਡੇ ਇਨਾਮਾਂ ਨਾਲ ਨਵਾਜਿਆ ਜਾਂਦਾ ਹੈ। ਸ਼ਹੀਦ ਹੋਣ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ, ਹਾਲਾਂਕਿ ਉਹਨਾਂ ਨੂੰ ਯੋਗ ਤਨਖਾਹ ਮਿਲਦੀ ਰਹਿੰਦੀ ਹੈ। ਇਹ ਸਨਮਾਨ ਸਿੱਖ ਜਗਤ ਨੇ ਆਪਣੇ ਪ੍ਰਚਾਰਕ ਨੂੰ ਨਹੀਂ ਦਿੱਤਾ, ਇਸ ਵਾਸਤੇ ਕਿ ਪ੍ਰਚਾਰਕ ਰੁੱਲ ਗਏ ਤੇ ਉਹਨਾਂ ਦੀ ਸੇਵਾ ਤੋਂ ਪੂਰਨ ਲਾਭ ਨਾ ਉਠਾਇਆ ਜਾ ਸਕਿਆ। ਭਾਗ 2। ਰਾਜੇਸ਼ੀ ਮੁਕੱਦਮ ਕੁੱਤੇ। ਮਨੁੱਖ ਕੋਲ ਸਰੀਰਕ ਤੇ ਬੌਧਿਕ ਬਲ ਕਾਫੀ ਹੈ। ਇਸ ਦੀ ਵਰਤੋਂ ਮਨੁੱਖ ਸਹੀ ਕਰ ਸਕੇ ਰਾਜਨੀਤੀ ਦਾ ਜਨਮ ਹੋਇਆ। ਪਸ਼ੂ ਜਗਤ ਵਿੱਚ ਵੱਡਾ ਪਸ਼ੂ ਛੋਟੇ ਪਸ਼ੂ ਨੂੰ ਖਾ ਜਾਂਦਾ ਹੈ, ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਹੈ, ਸ਼ੇਰ ਮਿਰਗਾਵਲੀ ਤੇ ਟੁੱਟ ਪੈਂਦਾ ਹੈ, ਡੱਡੂਆਂ ਸੱਪਾਂ ਚਿੜੀਆਂ ਤੇ ਬਾਜ ਕਾਬੂ ਪਾ ਲੈਂਦੇ ਹੈ। ਵੱਡੇ ਦਰਖਤ ਥੱਲੇ ਛੋਟੇ ਨਹੀਂ ਪਣਪਦੇ। ਮਨੁੱਖੀ ਦੁਨੀਆ ਵਿੱਚ ਹਰ ਇੱਕ ਨੂੰ ਵਧਣ ਫੁੱਲਣ ਦਾ ਅਵਸਰ ਮਿਲ ਸਕੇ ਰਾਜਾ ਪ੍ਰਥਾ ਦਾ ਜਨਮ ਹੋਇਆ। ਇੱਥੇ ਵੱਡਾ ਛੋਟੇ ਨੂੰ ਖਾ ਨਾ ਜਾਵੇ ਤੇ ਛੋਟਾ ਮਨੁੱਖ ਵੱਡੇ ਮਨੁੱਖ ਦੀ ਉਲੰਘਣਾ ਨਾ ਕਰਨ ਲੱਗ ਪਵੇ। ਕੁਝ ਨਿਯਮ ਬਣਾਏ ਗਏ। ਰਾਜਨੀਤੀ ਦੀ ਆਪਣੀ ਮਹਾਨਤਾ ਹੈ ਤੇ ਇਸ ਦੀ ਲੋੜ ਹੈ, ਪਰ ਰਾਜਨੀਤੀ ਦੀ ਪਹੁੰਚ ਬਹੁਤ ਗਹਿਰੀ ਨਹੀਂ ਹੈ। ਮਨੁੱਖ ਨੂੰ ਮਨ ਨਾਲ ਬੁਰਾ ਕਰਨ ਦੀ ਪੂਰੀ ਖੁੱਲ੍ਹ ਹੈ। ਜੋ ਮਨ ਵਿੱਚ ਬੁਰਾ ਕੀਤਾ ਜਾਂਦਾ ਹੈ
ਇਹ ਪਾਪ ਹੈ ਤੇ ਜੋ ਤਨ ਨਾਲ ਕੀਤਾ ਜਾਏ ਇਹ ਅਪਰਾਧ ਹੈ। ਪਾਪ ਤੱਕ ਸਮਾਜ ਕਾਨੂੰਨ ਦੀ ਪਹੁੰਚ ਨਹੀਂ ਹੈ, ਇਸ ਵਾਸਤੇ ਪਾਪ ਕਰਨ ਦੀ ਖੁੱਲ੍ਹ ਹੈ। ਵੇਖਣ ਵਿੱਚ ਐਸਾ ਹੀ ਆਇਆ ਹੈ ਕਿ 100 ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਭ ਪਾਪੀ ਹਨ, ਕਿਉਂਕਿ ਹਰ ਇੱਕ ਦੇ ਮਨ ਵਿੱਚ ਕੋਈ ਨਾ ਕੋਈ ਬੁਰੀ ਧਾਰਨਾ ਹੁੰਦੀ ਹੈ। ਮਨ ਨਾਲ ਕਿਸੇ ਦਾ ਕਤਲ, ਚੋਰੀ ਜਾਂ ਯਾਰੀ ਕੀਤੀ ਜਾਏ ਤਾਂ ਕਾਨੂੰਨ ਨੂੰ ਇਸ ਦਾ ਕੋਈ ਬੋਧ ਨਹੀਂ ਹੈ। ਪਾਪੀਆਂ ਦੀ ਸੰਖਿਆ ਘੱਟ ਹੈ, ਅਪਰਾਧੀਆਂ ਦੀ ਸੰਖਿਆ ਬਹੁਤ ਜ਼ਿਆਦਾ ਹੈ। ਕਾਨੂੰਨ ਸਜ਼ਾ ਸਿਰਫ ਅਪਰਾਧੀਆਂ ਨੂੰ ਹੀ ਦੇ ਸਕਦਾ ਹੈ ਜੋ ਕਿਸੇ ਦਾ ਕਤਲ, ਚੋਰੀ ਜਾਰੀ ਕਰ ਲੈਂਦੇ ਹਨ ਤੇ ਜੇਲ੍ਹ ਵਿੱਚ ਅਪਰਾਧੀ ਜਾਂਦੇ ਹਨ, ਤੇ ਇਹਨਾਂ ਦੀ ਤਾਦਾਦ ਕੋਈ 1% ਹੈ। ਪਾਪ ਜ਼ਿਆਦਾ ਹੈ, ਅਪਰਾਧ ਘੱਟ ਹਨ। ਪਰ ਜੋ ਮਨ ਵਿੱਚ ਪਾਪ ਹੈ, ਜੇ ਲਗਾਤਾਰ ਮਨ ਵਿੱਚ ਟਿਕਿਆ ਰਹੇ ਤਾਂ ਅਪਰਾਧ ਬਣ ਜਾਂਦਾ ਹੈ। ਪਾਪ ਨਾਲ ਤਾਂ ਖੁਦ ਪੀੜਤ ਹੁੰਦਾ ਹੈ, ਪਰ ਅਪਰਾਧ ਨਾਲ ਤਾਂ ਦੂਜੇ ਵੀ ਪੀੜਤ ਹੁੰਦੇ ਹਨ। ਅਪਰਾਧ ਨਾ ਹੋ ਸਕੇ, ਕਿਸੇ ਮਨੁੱਖ ਤੋਂ ਦੂਜਾ ਪੀੜਤ ਨਾ ਹੋਵੇ, ਨੈਤਿਕ ਵਿਵਸਥਾ ਬਣਾਈ ਗਈ। ਪਰ ਇਸ ਨੈਤਿਕ ਵਿਵਸਥਾ ਨਾਲ ਅਪਰਾਧ ਘਟੇ ਨਹੀਂ ਬਲਕਿ ਵਧੇ ਹਨ। ਸੰਸਾਰ ਭਰ ਦੀਆਂ ਜੇਲ੍ਹਾਂ ਅਪਰਾਧੀਆਂ ਨਾਲ ਭਰੀਆਂ ਪਈਆਂ ਹਨ। ਇਹ ਦੁਖਾਂਤ ਘਟਨਾ ਦੀਰਘ ਸੋਚ ਮੰਗਦੀ ਹੈ। ਕੀ ਕਾਰਨ ਹੈ ਇਤਨੀ ਨੈਤਿਕ ਵਿਵਸਥਾ ਹੋਣ ਦੇ ਬਾਵਜੂਦ ਵੀ ਮਨੁੱਖ ਨੂੰ ਜੀਵਨ ਦਾ ਢੰਗ ਨਾ ਆ ਸਕਿਆ? ਇਹ ਘਟਨਾ ਦੀਰਘ ਸੋਚ ਮੰਗਦੀ ਹੈ। ਇਹ ਕਹਾਵਤ ਹੈ, ਯਥਾ ਰਾਜਾ ਤਥਾ ਪ੍ਰਜਾ। ਨਿਰਧਨ ਧਨਵਾਨ ਦੀ ਨਕਲ ਕਰਦਾ ਹੈ, ਨਿਰਗੁਣ ਗੁਣਵਾਨ ਦੀ ਨਕਲ ਕਰਦਾ ਹੈ। ਜੋ ਮਨੁੱਖ ਧਨ, ਸ਼ੋਹਰਤ, ਪਦ ਵਿੱਚ ਅਗਲੇ ਨਿਕਲ ਗਿਆ ਹੈ, ਉਸ ਅੱਗੇ ਨਿਕਲ ਗਏ ਦੀ ਨਕਲ ਚੱਲ ਪੈਂਦੀ ਹੈ, ਤੇ ਅੱਗੇ ਨਿਕਲ ਗਿਆ, ਭਟਕ ਗਿਆ ਹੈ ਤਾਂ ਉਸ ਪਿੱਛੇ ਚੱਲਣ ਵਾਲੇ ਵੀ ਭਟਕ ਹੀ ਜਾਂਦੇ ਹਨ। ਪਦ ਪ੍ਰਤਿਸ਼ਠਾ ਵਿੱਚ ਸੱਤਾਧਾਰੀ ਕਿਸ ਤਰ੍ਹਾਂ ਅੱਗੇ ਨਿਕਲਿਆ, ਉਹੀ ਤਰੀਕਾ ਦੂਜੇ ਵੀ ਅਪਣਾਉਂਦੇ ਹਨ। ਜਿਹੜਾ ਮਨੁੱਖ ਜ਼ਿਆਦਾ ਸਾਹਸੀ, ਤਾਕਤਵਰ ਸੀ, ਜ਼ਿਆਦਾ ਪ੍ਰਤਿਭਾਸ਼ਾਲੀ ਸੀ, ਉਸਨੇ ਆਪਣੇ ਆਲੇ ਦੁਆਲੇ ਕੁਝ ਹਮਾਇਤੀ ਇਕੱਠੇ ਕਰ ਲਏ ਤੇ ਉਹਨਾਂ ਦੇ ਆਸਰੇ ਤੇ ਦੂਜਿਆਂ ਨੂੰ ਦਬਾ ਕੇ ਰੱਖਣ ਲੱਗ ਪਿਆ। ਚੱਲਦੇ ਚੱਲਦੇ ਐਸੀ ਫਿਤਰਤ ਤੇ ਮਨੁੱਖ ਰਾਜੇ, ਮਹਾਰਾਜੇ, ਬਾਦਸ਼ਾਹ ਬਣ ਗਏ। ਸ਼ੁਰੂਆਤ ਵਿੱਚ ਰਾਜ ਪ੍ਰਥਾ ਇਸੇ ਢੰਗ ਨਾਲ ਹੀ ਚੱਲੀ। ਧਨ ਸੰਪਦਾ ਬਹੁਤ ਹੋ ਗਈ ਤੇ ਉਸ ਦੀ ਰਖਵਾਲੀ ਵਾਸਤੇ ਸਿਪਾਹੀ ਰੱਖ ਲਏ। ਫਿਰ ਪੀੜ੍ਹੀ ਦਰ ਪੀੜ੍ਹੀ ਇਹ ਬਾਦਸ਼ਾਹਤ ਚੱਲਣ ਲੱਗ ਪਈ। ਕਦੀ ਕਦੀ ਇਸ ਪੀੜ੍ਹੀ ਵਿੱਚ ਚੰਗੇ ਮਹਾਂਪੁਰਸ਼ ਵੀ ਪੈਦਾ ਹੁੰਦੇ ਰਹੇ। ਜਨਕ, ਹਰੀਸ਼ ਚੰਦਰ, ਬਿਕਰਮਾਜੀਤ, ਮਹਾਰਾਜਾ ਰਣਜੀਤ ਸਿੰਘ ਜੈਸੇ ਸੰਤ ਭਗਤ ਗੁਰਸਿੱਖ ਪੈਦਾ ਹੋਏ, ਲੇਕਿਨ ਇਹ ਆਟੇ ਵਿੱਚ ਲੂਣ ਜਿਤਨੇ ਹੀ ਨਹੀਂ ਸਨ। ਜ਼ਿਆਦਾ ਉਹੀ ਸਨ ਜੋ ਮੁਫਤ ਦੀ ਧਨ ਸੰਪਦਾ ਪ੍ਰਾਪਤ ਕਰਕੇ ਵਿਲਾਸੀ ਹੋ ਗਏ, ਹਰਮ ਰਾਣੀਆਂ ਤੇ ਬੇਗਮਾਂ ਨਾਲ ਭਰ ਗਏ, ਦਿਨ ਰਾਤ ਰਾਗ ਰੰਗ ਦੀ ਮਹਿਫਲ ਵਿੱਚ ਲੀਨ ਲੈਣ ਲੱਗ ਪਏ, ਪ੍ਰਜਾ ਦੀ ਖੂਨ ਪਸੀਨੇ ਦੀ ਕਮਾਈ ਨੂੰ ਆਪਣੀ ਨਿੱਜੀ ਅਸ਼ਰਤ 'ਤੇ ਖਰਚਣ ਲੱਗ ਪਏ। ਸ਼ਰਾਬ ਪੀਣ ਦੀ ਇਸ ਤਰ੍ਹਾਂ ਦੀ ਚੇਟਕ ਲੱਗ ਗਈ ਅਤੇ ਹਾਲਤ ਇਸ ਹੱਦ ਤੱਕ ਬਦਤਰ ਹੋ ਗਏ ਕਿ ਲੋਕਾਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਵੀ ਮਹਿਫੂਜ਼ ਨਾ ਰਹਿ ਸਕੀ। ਜਦ ਚਾਹਿਆ ਕਿਸੇ ਦੀ ਅਸਮਤ ਲੁੱਟ ਲਈ। ਰੰਚਕ ਮਾਤਰ ਕਿਸੇ ਨੇ ਇਨਸਾਫ ਤੇ ਸੱਚਾਈ ਵਾਸਤੇ ਦੁਹਾਈ ਦਿੱਤੀ ਤਾਂ ਕਿਸੇ ਦੀ ਜਵਾਨ ਕੱਢ ਦਿੱਤੀ, ਕਿਸੇ ਦੀਆਂ ਅੱਖਾਂ ਕੱਢ ਲਈਆਂ, ਕਿਸੇ ਨੂੰ ਸੂਲੀ ਚਾੜਿਆ ਤੇ ਕਿਸੇ ਨੂੰ ਕੋੜੇ ਮਾਰ ਮਾਰ ਕੇ ਅਦਮ ਹੋਇਆ ਕੀਤਾ। ਰੋਮ ਦੇ ਬਾਦਸ਼ਾਹ ਕੁਝ ਤਾਂ ਐਸੇ ਮਨੁੱਖਾਂ ਨੂੰ ਸ਼ੇਰ ਦੇ ਪਿੰਜਰਿਆਂ ਵਿੱਚ ਜਿੰਦਾ ਸੁੱਟ ਦਿੰਦੇ ਸਨ ਤੇ ਉਹਨਾਂ ਦੀ ਬੇਵੱਸੀ ਦਾ ਦ੍ਰਿਸ਼ ਆਪਣੀਆਂ ਅੱਖਾਂ ਵਿੱਚ ਵੇਖ ਰਸ ਲੈਂਦੇ ਸਨ। 1% ਰਾਜਿਆਂ ਤੇ ਬਾਦਸ਼ਾਹਾਂ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਇਤਿਹਾਸ ਖੂਨੀ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਅਯਾਸ਼ੀ ਤੇ ਬਦਮਾਸ਼ੀ ਉਹਨਾਂ ਦੀ ਫਿਤਰਤ ਬਣ ਚੁੱਕੀ ਸੀ। ਐਸੀ ਹਾਲਤ ਵੇਖ ਅਣਖੀਲੇ ਬੰਦੇ ਬਾਗੀ ਹੋਣ ਲੱਗ ਪਏ ਤੇ ਸਹਿਜੇ ਸਹਿਜੇ ਬਾਗੀਆਂ ਦੀ ਗਿਣਤੀ ਵਧਣ ਲੱਗ ਪਈ, ਜਾਂ ਬਾਗੀਆਂ ਦੇ ਇਕੱਠ ਨੇ ਹਰ ਮੁਲਕ ਵਿੱਚ ਵਿਦਰੋਹ ਖੜਾ ਕਰ ਦਿੱਤਾ। ਕਿਸੇ ਥਾਂ ਵਿਦਰੋਹੀ ਸਫਲ ਹੋਏ ਤਾਂ ਰਾਜ ਪ੍ਰਥਾ ਦਾ ਵਿਕਲਪ ਲੱਭਿਆ ਗਿਆ। ਗਣਤੰਤਰ ਤੇ ਸਮਾਜਵਾਦ, ਡੈਮੋਕ੍ਰੇਸੀ ਤੇ ਕਮਿਊਨਿਜ਼ਮ ਦੀ ਪ੍ਰਥਾ ਪ੍ਰਗਟ ਹੋਈ। ਅਜੇ ਕਿਧਰੇ ਜਮਹੂਰੀਅਤ ਹੈ ਤੇ ਕਿਧਰੇ ਕਮਿਊਨਿਜ਼ਮ। ਬਾਦਸ਼ਾਹਤ, ਸ਼ਖਸੀ ਰਾਜ ਪ੍ਰਥਾ ਹੁਣ ਥੋੜ੍ਹੇ ਮੁਲਕਾਂ ਵਿੱਚ ਰਹਿ ਗਈ ਹੈ। ਸ਼ਖਸੀ ਹਕੂਮਤ ਦੇ ਭ੍ਰਸ਼ਟ ਹੋਣ ਤੇ ਜੋ ਕ੍ਰਾਂਤੀ ਹੋਈ, ਉਸ ਤੋਂ ਗਣਤੰਤਰ ਤੇ ਸਮਾਜਵਾਦ ਨੇ ਜਨਮ ਲਿਆ। ਇਸ ਕ੍ਰਾਂਤੀ ਵਿੱਚੋਂ ਜਨਮੇ ਇਹ ਦੋਵੇਂ ਬੱਚੇ ਵੀ ਪੰਗੂ ਸਾਬਿਤ ਹੋਏ। ਜਮਹੂਰੀ ਨਮਾਜ਼ ਵੇਖੀਏ ਤਾਂ ਇੱਥੇ ਇਹ ਸਾਫ਼ ਦਿਖਾਈ ਦਿੰਦਾ ਹੈ ਕਿ ਨਿਰਧਨ ਮਨੁੱਖ ਚੁਣਾਵ ਨਹੀਂ ਲੜ ਸਕਦਾ। ਧਨ ਜਿਸ ਕੋਲ ਅਧਿਕ ਹੈ ਜਾਂ ਜਿਸ ਕੋਲ ਤਰ੍ਹਾਂ ਤਰ੍ਹਾਂ ਦੀ ਸਾਜ਼ਿਸ਼ਾਂ ਕਰਨ ਵਾਲੀ ਬਿਰਤੀ ਹੈ ਤੇ ਉਸ ਬਿਰਤੀ ਨਾਲ ਜਰਾਇਮ ਪੇਸ਼ਾ ਲੋਕਾਂ ਦੀ ਮਦਦ ਨਾਲ ਉਹ ਸੱਤਾ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਂਦਾ ਹੈ। ਧਨਵਾਨਾਂ ਤੇ ਵਿਲਾਸੀ ਮਨੁੱਖਾਂ ਕੋਲ ਰਾਜ ਸੱਤਾ ਖੋ, ਫਿਰ ਰਾਜ ਸੱਤਾ ਧਨਵਾਨਾਂ ਤੇ ਵਿਲਾਸੀ ਅਯਾਸ਼ ਮਨੁੱਖਾਂ ਦੇ ਹੱਥਾਂ ਵਿੱਚ ਚਲੀ ਗਈ। ਜਿਹੜੇ ਮੁਲਕ ਸਮਾਜਵਾਦ ਦੀ ਲਪੇਟ ਵਿੱਚ ਆਏ, ਇਹ ਮੁਲਕ ਇੱਕ ਜੇਲ੍ਹ ਖਾਨਾ ਬਣ ਕੇ ਰਹਿ ਗਏ। ਸਮਾਜਵਾਦ ਮੁਲਕਾਂ ਦੇ ਸੱਤਾਧਾਰੀ ਅੱਜ ਜਿਤਨੀ ਆਪਣੇ ਹੱਥਾਂ ਵਿੱਚ ਸ਼ਕਤੀ ਰੱਖਦੇ ਹਨ, ਇਤਨੀ ਪਹਿਲੇ ਕਦੇ ਵੀ ਨਹੀਂ ਸੀ। ਇਹ ਕਹਿੰਦੇ ਹਨ ਕਿ ਅਸੀਂ ਸਾਰਿਆਂ ਨੂੰ ਇੱਕ ਕਰਨਾ ਹੈ, ਪਰ ਜੇਕਰ ਸਾਰਿਆਂ ਨੂੰ ਮਕਾਨ ਇੱਕ ਜੈਸੇ, ਕੱਪੜੇ ਤੇ ਵੇਤਨ ਇੱਕ ਜੈਸਾ ਦਿੱਤਾ ਤਾਂ ਫਿਰ ਅਸੀਂ ਵੇਖਦੇ ਹਾਂ ਕਿ ਜੋ ਬੁੱਧੀਮਾਨ ਹੈ ਉਹ ਫੈਕਟਰੀ ਦਾ ਮੈਨੇਜਰ ਬਣ ਜਾਂਦਾ ਹੈ, ਬਾਕੀ ਮਜ਼ਦੂਰ। ਇੱਕ ਫੌਜ ਵਿੱਚ ਜਨਰਲ ਬਣ ਜਾਂਦਾ ਹੈ, ਦੂਜਾ ਮਾਮੂਲੀ ਸਿਪਾਹੀ। ਇੱਕ ਸਾਰਿਆਂ ਨੂੰ ਬਰਬਾਦ ਕਰਦਾ ਰਹਿੰਦਾ,
ਪੂਰੀ ਸੱਤਾ ਆਪਣੇ ਹੱਥ ਵਿੱਚ ਰੱਖ ਲੈਂਦਾ ਹੈ ਤੇ ਬਾਕੀ ਸਾਰੇ ਸ਼ਕਤੀਹੀਨ ਹੋ ਜਾਂਦੇ ਹਨ। ਰਾਜੇ ਬਾਦਸ਼ਾਹਾਂ ਦੇ ਖਿਲਾਫ ਵਿਦਰੋਹ ਵਾਸਤੇ ਗੁੰਜਾਇਸ਼ ਸੀ, ਪਰ ਸਮਾਜਵਾਦੀ ਦੇਸ਼ਾਂ ਨੇ ਤਾਂ ਇਤਨੀ ਸ਼ਕਤੀ ਹੀ ਮਨੁੱਖ ਕੋਲ ਨਹੀਂ ਰਹਿਣ ਦਿੱਤੀ ਕਿ ਕਿਸੇ ਆਵਾਜ਼ ਉਠਾਈ ਤਾਂ ਤਨ-ਛਿਣ ਗੋਲੀ ਨਾਲ ਉਡਾ ਦਿੱਤਾ ਜਾਂ ਸਾਰੀ ਜ਼ਿੰਦਗੀ ਲਈ ਜੇਲ੍ਹ ਵਿੱਚ ਬੰਦ ਕਰ ਦਿੱਤਾ। ਅੱਜ ਸਮਾਜਵਾਦੀ ਦੇਸ਼ ਦੀਆਂ ਜੇਲ੍ਹਾਂ ਵਿੱਚ ਕਿਤਨੇ ਕਵੀ ਸਾਹਿਤਕਾਰ ਜੋ ਸਮਾਜਵਾਦੀ ਪ੍ਰਣਾਲੀ ਨਾਲ ਸਹਿਮਤ ਨਾ ਹੋਏ ਸੜ ਰਹੇ ਹਨ। ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੋਵੇ ਤਾਂ ਪਾਸਪੋਰਟ ਚਾਹੀਦਾ ਹੈ। ਘੋਰ ਜ਼ੁਲਮ ਆਪਣੇ ਹੀ ਦੇਸ਼ ਵਿੱਚ ਪਾਸਪੋਰਟ ਦੀ ਲੋੜ ਪੈ ਜਾਵੇ ਤੇ ਆਪਣੇ ਮੁਲਕ ਤਾਂ ਦੂਜਾ ਸ਼ਹਿਰ ਵੇਖਣਾ ਔਖਾ ਹੋਵੇ। ਇਹਨਾਂ ਦੇਸ਼ਾਂ ਵਿੱਚ ਬਾਹਰ ਤੋਂ ਚਿੱਠੀਆਂ ਨਹੀਂ ਆ ਜਾ ਸਕਦੀਆਂ ਤੇ ਉੱਥੋਂ ਕੋਈ ਚਿੱਠੀ ਨਹੀਂ ਆ ਸਕਦੀ, ਸਿੱਧਾ ਟੈਲੀਫੋਨ ਨਹੀਂ ਕਰ ਸਕਦੇ। ਸਮੁੱਚੇ ਮੁਲਕ ਨੂੰ ਇੱਕ ਜੇਲ੍ਹ ਬਣਾ ਦਿੱਤਾ। ਇਹਨਾਂ ਸਮਾਜਵਾਦੀ ਕ੍ਰਾਂਤੀਕਾਰੀਆਂ ਨੇ ਜਿੱਥੇ ਜਿੱਥੇ ਜਨਤਾ ਨੇ ਇਹਨਾਂ ਦਾ ਸਾਥ ਦੇ ਕੇ ਕ੍ਰਾਂਤੀ ਨੂੰ ਸਫਲ ਕੀਤਾ, ਉਹ ਅੱਜ ਖੂਨ ਦੇ ਹੰਝੂ ਰੋ ਰਹੇ ਹਨ। ਜਿਸ ਦੀ ਹੋਂਦ ਨੇ ਮਨੁੱਖ ਨੂੰ ਮਨੁੱਖ ਬਣਾਉਣਾ ਹੈ ਤੇ ਪਰਉਪਕਾਰੀ ਬੇਟੀਆਂ ਨੂੰ ਜਨਮ ਦੇਣਾ ਹੈ, ਉਹ ਹੈ ਧਰਮ। ਔਰ ਜਦ ਧਰਮ ਖੋ ਜਾਂਦਾ ਹੈ, ਸੱਤਾਧਾਰੀ ਦਰਿੰਦੇ ਹੋ ਜਾਂਦੇ ਹਨ ਤੇ ਉਹਨਾਂ ਦੇ ਅਨਿਆਈ ਕੁੱਕਰ ਬਿਰਤੀ ਦੇ ਹੋ ਜਾਂਦੇ ਹਨ। ਰਾਜਾ ਸ਼ੀਮ ਮੁਕੱਦਮ ਕੁੱਤੇ, ਮਲਾਰ ਵਾਰ ਮਹੱਲਾ ਪਹਿਲਾ ਅੰਗ 1288। ਜਿਸ ਕੋਲ ਸੱਤ ਹੋਵੇ ਉਹੀ ਠੀਕ ਸੱਤਾ ਚਲਾ ਸਕਦਾ ਹੈ। ਸੱਤ ਬਿਨਾਂ ਬੰਦਗੀ ਤੋਂ ਨਹੀਂ ਮਿਲਦੀ। जलाले पातशाही हो या जमहूरी तमाशा हो, जुदा होने सियासत से तो रह जाती है चंगेजी। इकबाल। धर्महीनी सत्ता चंगेजी ते हलाकू दी सत्ता है। सत्ता जितने तक सत्तवादी को नहीं आमदी उतने तक के उपद्रव ते अन्याय भ्रष्टाचार रहेगा। कोरी सत्ता मनुख नूं भ्रष्ट कर देंदी है। सांझ करीजै गुणे केरी, छोड़ अवगण ਚੱਲੀਏ। ਅਗਲਾ ਭਾਗ। ਅਵਗੁਣ ਮਨੁੱਖ ਦੀ ਕਮਜ਼ੋਰੀ ਹੈ, ਗੁਣ ਅਕਾਲ ਪੁਰਖ ਦੀ ਬਖਸ਼ਿਸ਼ ਹੈ। ਹਰ ਮਨੁੱਖ ਅੰਦਰ ਕੋਈ ਬੁਨਿਆਦੀ ਗੁਣ ਹੁੰਦਾ ਹੈ, ਪਰ ਹਰ ਮਨੁੱਖ ਅੰਦਰ ਇੱਕ ਬੁਨਿਆਦੀ ਅਵਗੁਣ ਵੀ ਹੁੰਦਾ ਹੈ। ਜਿਹੜਾ ਅਵਗੁਣ ਮੂਲ ਰੂਪ ਵਿੱਚ ਹੁੰਦਾ ਹੈ, ਉਸੇ ਹੀ ਗੁਣ ਅਵਗੁਣ ਦੇ ਸਾਂਚੇ ਵਿੱਚ ਜੀਵਨ ਢਲ ਜਾਂਦਾ ਹੈ। ਅਗਰ ਮਨੁੱਖ ਆਪਣੇ ਬੁਨਿਆਦੀ ਗੁਣ ਨੂੰ ਸਮਝ ਸਕੇ ਤਾਂ ਉਸ ਇੱਕ ਗੁਣ ਦੇ ਆਸਰੇ ਗੁਣਾਂ ਦਾ ਵਿਸਥਾਰ ਕੀਤਾ ਜਾ ਸਕਦਾ ਹੈ। ਔਰ ਮੂਲ ਅਵਗੁਣ ਦਾ ਪਤਾ ਹੋਵੇ ਤਾਂ ਉਸ ਅਵਗੁਣ ਪ੍ਰਤੀ ਸੁਚੇਤ ਹੋ ਕੇ ਖਤਮ ਕੀਤਾ ਜਾ ਸਕਦਾ ਹੈ। ਹਰ ਮਨੁੱਖ ਆਪਣਾ ਵੱਖ ਸੁਭਾਅ ਰੱਖਦਾ ਹੈ, ਕਿਉਂਕਿ ਹਰ ਇੱਕ ਆਪਣਾ ਵੱਖ ਗੁਣ ਔਰ ਔਗੁਣ ਰੱਖਦਾ ਹੈ। ਹਰ ਔਗੁਣ ਦਾ ਵਿਪਰੀਤ ਗੁਣ ਹੈ ਤੇ ਹਰ ਗੁਣ ਦੀ ਵਿਪਰੀਤ ਦਸ਼ਾ ਔਗੁਣ ਹੈ। ਮੂਲ ਔਗੁਣ ਮਨੁੱਖੀ ਜਗਤ ਵਿੱਚ ਪੰਜ ਹਨ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਹਰ ਔਗੁਣ ਆਪਣੇ ਨਾਲ ਔਗੁਣਾਂ ਦੀ ਸੰਪਦਾ ਰੱਖਦਾ ਹੈ। ਇਸ ਵਾਸਤੇ ਕਿਸੇ ਵੀ ਇੱਕ ਔਗੁਣ ਨੂੰ ਨਾਸ਼ ਕਰਨਾ ਸਮਰੱਥਾ ਤੋਂ ਬਾਹਰ ਹੋ ਜਾਂਦਾ ਹੈ। ਕੋਈ ਇੱਕ ਔਗੁਣ ਜਦ ਮਨੁੱਖੀ ਜਗਤ ਅੰਦਰ ਬਹੁ ਗਿਣਤੀ ਵਿੱਚ ਵਾਸਾ ਕਰਦਾ ਹੈ ਤਾਂ ਸਾਰਾ ਸਮਾਜਿਕ ਢਾਂਚਾ ਉਸੇ ਇੱਕ ਔਗੁਣ ਦੇ ਆਲੇ ਦੁਆਲੇ ਨਿਰਮਿਤ ਹੁੰਦਾ ਹੈ। ਜਦ ਜੀਵਨ ਵਿੱਚ ਮੂਲ ਗੁਣ ਜਾਂ ਔਗੁਣ ਜੋ ਬਹੁ ਗਿਣਤੀ ਵਿੱਚ ਹੋਵਣ ਬਦਲਦੇ ਹਨ ਤਾਂ ਸਮਾਜ ਦਾ ਢਾਂਚਾ ਬਦਲ ਜਾਂਦਾ ਹੈ। ਇਸੇ ਨੂੰ ਯੁੱਗ ਪਲਟ ਆਖਦੇ ਹਨ। ਰਹਿਣ ਸਹਿਣ, ਖਾਣ ਪਾਣ, ਪਹਿਨ ਤੇ ਲਕਸ਼ ਬਦਲ ਜਾਂਦਾ ਹੈ। ਸਮੇਂ ਦੀ ਧਾਰਾ ਨੂੰ ਵਾਚਣ ਦਾ ਬੋਧ ਰੱਖਣ ਵਾਲਾ ਇਸ ਪਲਟੇ ਨੂੰ ਯੁੱਗ ਪਲਟਾ ਆਖਦਾ ਹੈ। ਜਦ ਜੀਵਨ ਅੰਦਰ ਕਾਮ ਪ੍ਰਧਾਨ ਹੋਵੇ ਔਰ ਕਾਮ ਦਾ ਵੇਗ ਅਸੀਮ ਹੋਵੇ ਤਾਂ ਸੰਸਾਰ ਅੰਦਰ ਵਿਆਪਕ ਰੂਪ ਦੁਰਾਚਾਰ ਪ੍ਰਧਾਨ ਹੋ ਜਾਂਦਾ ਹੈ। ਨੀਤੀ ਤੇ ਸਮਾਜ ਦਾ ਦੁਰਾਚਾਰ ਅਧੀਨ ਹੁੰਦੇ ਹੀ ਹਨ, ਪਰ ਧਰਮ ਅੰਦਰ ਵੀ ਦੁਰਾਚਾਰ ਦੇ ਅੱਡੇ ਬਲ ਜਾਂਦੇ ਹਨ। ਇੱਕ ਖਾਸ ਸਮੇਂ ਤੱਕ ਭਾਰਤ ਦੇ ਮੰਦਿਰਾਂ ਅੰਦਰ ਦੇਵਵਾਸੀਆਂ ਦੀ ਪ੍ਰਥਾ ਪ੍ਰਚਲ ਸੀ, ਜਿਨ੍ਹਾਂ ਦਾ ਕੰਮ ਮੰਦਰ ਵਿੱਚ ਸੰਗੀਤ ਤੇ ਨ੍ਰਿਤ ਪੇਸ਼ ਕਰਨਾ ਸੀ, ਪਰ ਵਾਸਤਵਿਕਤਾ ਧਰਮ ਪੁਰੋਹਿਤਾਂ ਦੀ ਹਵਸ ਪੂਰਤੀ ਦਾ ਇੱਕ ਸਾਧਨ ਸਨ। ਮੰਦਿਰਾਂ ਅੰਦਰ ਪੂਜਾ ਵੀ ਕਾਮ ਕੇਂਦਰ ਲਿੰਗ ਦੀ ਚੱਲ ਰਹੀ ਸੀ। ਕਥਾ ਕਹਾਣੀਆਂ ਵਿੱਚ ਕਾਮ ਰਸ ਪ੍ਰਧਾਨ ਸੀ। ਦੁਰਾਚਾਰ ਦੀ ਇਸ ਖੁੱਲ੍ਹੀ ਵਰਤੋਂ ਨੇ ਨਗਰ ਬੰਧੂ ਸਾਰੇ ਸ਼ਹਿਰ ਦੀ ਇਸਤਰੀ ਨੂੰ ਜਨਮ ਦਿੱਤਾ। ਸਮਾਜਿਕ ਢਾਂਚਾ ਪਸ਼ੂ ਵਿਰਤ ਹੋ ਗਿਆ ਤੇ ਇਹ ਦੁਰਾਚਾਰ ਸਮਾਜ ਦਾ ਅੰਗ ਬਣਾ ਕੇ ਪ੍ਰਵਾਨ ਕਰ ਲਿਆ ਗਿਆ। ਜਦ ਅਹੰਕਾਰ ਬਹੁ ਗਿਣਤੀ ਵਿੱਚ ਵਿਆਪਕ ਹੁੰਦਾ ਹੈ ਤਾਂ ਐਸਾ ਸਮਾਜ ਜ਼ਾਲਮ ਕਠੋਰ ਸਮਾਜ ਹੁੰਦਾ ਹੈ। ਪ੍ਰਬਲ ਮੈਂ ਦੀ ਭਾਵਨਾ ਵਾਲਾ ਤੂੰ ਨੂੰ ਸਹਿਣ ਨਹੀਂ ਕਰਦਾ ਤੇ ਤੂੰ ਨੂੰ ਮਿਟਾਉਣ ਤੇ ਆਹਰ ਲੱਗ ਜਾਂਦਾ ਹੈ। ਅਹੰਕਾਰੀ ਸਮਾਜ ਵਿੱਚ ਕਤਲ, ਮਾਸੂਮਾਂ ਤੇ ਜ਼ੁਲਮ, ਅਬਲਾ ਤੇ ਜ਼ਬਰ ਆਮ ਗੱਲ ਹੋ ਜਾਂਦੀ ਹੈ। ਹਰ ਪਾਸੇ ਜ਼ਿੰਦਗੀ ਦਾ ਨੰਗਾ ਨਾਚ ਹੁੰਦਾ ਹੈ। ਅਹੰਕਾਰੀ ਸਮਾਜ ਹਲਾਕੂ, ਚੰਗੇਜ਼ ਖਾਨ, ਔਰੰਗਜ਼ੇਬ, ਹਿਟਲਰ ਵਰਗੇ ਜ਼ਾਲਮ ਬੰਦਿਆਂ ਨੂੰ ਜਨਮ ਦਿੰਦਾ ਹੈ। ਅਹੰਕਾਰੀ ਦੂਜੇ ਨੂੰ ਬਰਦਾਸ਼ਤ ਨਹੀਂ ਕਰਦਾ, ਦੂਜੇ ਨੂੰ ਦਬਾਵੇਗਾ ਜਾਂ ਮਿਟਾਵੇਗਾ। ਅਹੰਕਾਰੀਆਂ ਕਰਕੇ ਜ਼ਮੀਨ 'ਤੇ ਕਈ ਸਦੀਆਂ ਜ਼ੁਲਮ ਦਾ ਨੰਗਾ ਨਾਚ ਰਿਹਾ ਹੈ। ਜ਼ੁਲਮ ਅਹੰਕਾਰੀ ਦਾ ਮਨੋਰੰਜਨ ਹੁੰਦਾ ਹੈ। ਅਰਬ ਵਿੱਚ ਜੋ ਜ਼ੁਲਮਾਂ 'ਤੇ ਜ਼ੁਲਮ ਹੁੰਦਾ ਸੀ ਉਸ ਨੂੰ ਬਿਆਨ ਕਰਨ ਲੱਗਿਆਂ ਵੀ ਹਿਰਦਾ ਕੰਬ ਜਾਂਦਾ ਹੈ।
ਬੰਦਿਆਂ ਨੂੰ ਇਸ ਤਰ੍ਹਾਂ ਜੰਜੀਰਾਂ ਵਿੱਚ ਬੰਨ੍ਹ ਕੇ ਰੱਖਣਾ ਜਿਵੇਂ ਪਸ਼ੂ ਬੰਨ੍ਹ ਕੇ ਰੱਖੀਦਾ ਹੈ। ਇੱਕ ਨਿੱਕੀ ਜਿਹੀ ਗਲਤੀ ਦੇ ਬਹੁਤ ਵੱਡੇ ਤਸੀਹੇ ਦੇਣੇ ਆਮ ਗੱਲ ਸੀ। ਅਮਰੀਕਾ ਵਿੱਚ ਨੀਗਰੋ ਗੁਲਾਮਾਂ ਦੀ ਗਰਦਨ ਵਿੱਚ ਤੌਕ ਪਾ ਕੇ ਰੱਖਿਆ ਜਾਂਦਾ ਸੀ। ਜੇ ਗੁਲਾਮ ਨੇ ਕੋਈ ਐਸੀ ਹਰਕਤ ਕੀਤੀ ਜਿਸ ਵਿੱਚ ਕੋਈ ਸੁਤੰਤਰਤਾ ਦੀ ਮੰਗ ਹੋਵੇ ਤਾਂ ਪੈਰ ਕੱਟ ਦੇਣ ਜਾਂ ਜ਼ਬਾਨ ਕੱਟ ਦੇਣ ਤੱਕ ਦੀ ਸਜ਼ਾ ਦੇ ਦਿੱਤੀ ਜਾਂਦੀ ਸੀ। ਮੰਡੀਆਂ ਵਿੱਚ ਗੁਲਾਮ ਬੰਦੇ ਪਸ਼ੂਆਂ ਦੀ ਤਰ੍ਹਾਂ ਵੇਚੇ ਜਾਂਦੇ ਸਨ। ਅਹੰਕਾਰੀ ਕਿਸੇ ਵੀ ਪਹਿਲੂ ਵਿੱਚ ਦੂਜੇ ਦੀ ਉੱਚਤਾਈ ਬਰਦਾਸ਼ਤ ਨਹੀਂ ਕਰ ਸਕਦਾ। ਕਿਸੇ ਧਰਮ ਦੀ ਵਡਿਆਈ ਵਧਣਾ ਫੁੱਲਣਾ ਵੀ ਬਰਦਾਸ਼ਤ ਤੋਂ ਬਾਹਰ ਹੁੰਦਾ ਹੈ। ਧਰਮ ਦੇ ਨਾਮ 'ਤੇ ਇਤਨਾ ਜ਼ੁਲਮ ਤੇ ਖੂਨ ਖਰਾਬਾ ਹੋਇਆ ਹੈ ਜਿਸ ਨੇ ਅੱਧੀ ਦੁਨੀਆ ਨੂੰ ਖੁੱਲ੍ਹੇ ਸ਼ਬਦਾਂ ਵਿੱਚ ਨਾਸਤਿਕ ਬਣਾ ਦਿੱਤਾ ਹੈ ਤੇ ਧਰਮ ਨੂੰ ਅਫੀਮ ਦਾ ਨਸ਼ਾ ਆਖਣ ਲੱਗ ਪਏ ਹਨ। ਕੋਈ ਵੀ ਔਗਣ ਪੂਰੇ ਰੂਪ ਵਿੱਚ ਤਾਂ ਨਹੀਂ ਖਤਮ ਹੁੰਦਾ, ਪਰ ਉਸ ਇੱਕ ਔਗਣ ਦੀ ਬਹੁ ਗਿਣਤੀ ਨਾ ਰਵੇ ਤਾਂ ਉਸ ਦਾ ਮਾਰੂ ਅਸਰ ਖਤਮ ਹੋ ਜਾਂਦਾ ਹੈ। ਅੱਜ ਦੀ ਸਦੀ ਲੋਭੀਆਂ ਦੀ ਸਦੀ ਹੈ। ਲੋਭੀਆਂ ਦੀ ਬਹੁ ਗਿਣਤੀ ਹੈ। ਮਨੁੱਖ ਦੇ ਮਨ ਉੱਪਰ ਲੋਭ ਰਾਜ ਕਰ ਰਿਹਾ ਹੈ। ਜਿਸ ਤਰ੍ਹਾਂ ਬਾਹਰ ਦੀਆਂ ਹਕੂਮਤਾਂ ਬਦਲਦੀਆਂ ਹਨ, ਇਸ ਤਰ੍ਹਾਂ ਮਨੁੱਖ ਦੀ ਚੇਤਨਾ 'ਤੇ ਰਾਜ ਕਰਨ ਵਾਲੇ ਗੁਣ ਜਾਂ ਔਗਣ ਵੀ ਬਦਲਦੇ ਰਹਿੰਦੇ ਹਨ। ਅੱਜ ਅੰਤਸ਼ਕਰਨ ਤੇ ਹਕੂਮਤ ਲੋਭ ਦੀ ਹੈ। ਜਦ ਲੋਭ ਪ੍ਰਬਲ ਹੁੰਦਾ ਹੈ ਤਾਂ ਫਿਰ ਪਾਪ ਬਹੁਤਾਤ ਵਿੱਚ ਹੁੰਦਾ ਹੈ। ਪਾਪ ਲੋਭ ਨਾਲ ਜੁੜਿਆ ਹੋਇਆ ਹੈ। ਲਵ ਪਾਪ ਦੇ ਰਾਜਾ ਮਹਿਤਾ ਕੂੜ ਹੁਆ ਸਿਕਦਾਰ, ਕਾਮ ਨੇਬ ਸਤ ਪੁੱਛੀਐ ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵੀ ਹੋਣੀ ਭਾਏ ਭਰੇ ਮੁਰਦਾਰ। ਆਸਾਵਾਰ ਮਹੱਲਾ ਪਹਿਲਾ ਅੰਗ 468। ਅੱਜ ਦਾ ਸਮਾਜਿਕ ਢਾਂਚਾ ਲੋਭ ਤੇ ਖੜਾ ਹੈ। ਸਾਰੀ ਰਾਜਨੀਤੀ ਲੋਭੀ, ਧਾਰਮਿਕ ਲੋਭੀ, ਨਾਸਤਿਕ ਲੋਭੀ, ਪਰ ਆਸਤਿਕ ਵੀ ਲੋਭੀ ਹੈ। ਲੋਭ ਦਾ ਮਤਲਬ ਹੈ ਅੱਠੇ ਪੈਰ ਸੀਮਾ ਤੋਂ ਵੱਧ ਲੈਣ ਦੀ ਰੁਚੀ ਰੱਖਣਾ। ਲੈਣ ਦੀ ਰੁਚੀ ਨਾਲ ਲੋਭ ਵੱਧਦਾ ਹੈ ਤੇ ਲੋਭ ਦੇ ਵਧਣ ਨਾਲ ਪਾਪ ਵੱਧਦਾ ਹੈ। ਛੋਟਾ ਮਾਸੂਮ ਬੱਚਾ ਸਮਾਜ ਦੇ ਆਸਰੇ ਤੇ ਪਲਦਾ ਹੈ। ਬੱਚੇ ਕਰਕੇ ਹੀ ਪਰਿਵਾਰ ਦੀ ਵਿਉਂਤ ਬਣੀ, ਕਿਉਂਕਿ ਮਨੁੱਖੀ ਬੱਚਾ ਅਧੂਰਾ ਪੈਦਾ ਹੁੰਦਾ ਹੈ। ਪਸ਼ੂ ਤੇ ਬੱਚੇ ਤਕਰੀਬਨ ਪੂਰੇ ਹੀ ਪੈਦਾ ਹੁੰਦੇ ਹਨ। ਉਹ ਜੰਮਦਿਆਂ ਹੀ ਚੱਲਣ ਫਿਰਨ ਲੱਗ ਪੈਂਦੇ ਹਨ। ਰਿਜ਼ਕ ਵੀ ਲੱਭਣ ਦੀ ਭਾਲ ਕਰਨ ਲੱਗ ਪੈਂਦੇ ਹਨ। ਪਰ ਇਸ ਹਿਸਾਬ ਵਿੱਚ ਮਨੁੱਖੀ ਬੱਚਾ ਪੰਗੂ ਪੈਦਾ ਹੁੰਦਾ ਹੈ। ਉਹ ਚੱਲ ਨਹੀਂ ਸਕਦਾ, ਉਹ ਰਿਜ਼ਕ ਦੀ ਭਾਲ ਨਹੀਂ ਕਰ ਸਕਦਾ। ਇਸ ਵਾਸਤੇ ਕੁਟੰਬ ਚਾਹੀਦਾ ਹੈ। ਬੱਚਾ ਲੈਣਾ ਜਾਣਦਾ ਹੈ, ਦੇਣਾ ਨਹੀਂ। ਇੱਕ ਬੱਚੇ ਨੂੰ ਅਗਰ ਆਖਿਆ ਜਾਏ ਕਿ ਤੂੰ ਆਪਣਾ ਖਿਡੌਣਾ ਦੂਜੇ ਬੱਚੇ ਨੂੰ ਦੇ ਦੇ ਤਾਂ ਉਹ ਨਹੀਂ ਦਿੰਦਾ, ਨਾ ਦੇਣ ਦੀ ਹੱਠ ਕਰਦਾ ਹੈ। ਅਗਰ ਆਖਿਆ ਜਾਵੇ ਕਿ ਤੂੰ ਇਹ ਖਿਡੌਣਾ ਦੇ ਦੇ, ਤੈਨੂੰ 2 ਖਿਡੌਣੇ ਲੈ ਕੇ ਦੇਵਾਂਗੇ, ਤਾਂ 2 ਖਿਡੌਣਿਆਂ ਦੀ ਲੋਭ ਵਿੱਚ ਸ਼ਾਇਦ ਦੇ ਦੇਵੇ। ਜਰਾ ਬੱਚਾ ਵੱਡਾ ਛੋਟੇ ਕੋਲੋਂ ਖੋਹ ਲੈਂਦਾ ਹੈ। ਅਗਰ ਇਹੀ ਬਿਰਤੀ ਵੱਡੇ ਹੋ ਕੇ ਵੀ ਬਣੀ ਰਹੀ ਤਾਂ ਬਚਪਨਾ ਪ੍ਰੌੜ ਨਹੀਂ ਹੋਇਆ। ਅੱਜ ਦੇ ਵਕਤ ਇਹ ਲੈਣ ਦੀ ਬਿਰਤੀ ਸਿੱਖਾਂ 'ਤੇ ਹੈ। ਮੰਗਣ ਦੀ ਇਹ ਬਿਰਤੀ ਮਾਂ-ਬਾਪ ਤੋਂ ਸ਼ੁਰੂ ਹੋਈ। ਫਿਰ ਮਨੁੱਖ ਕਹਿੰਦਾ ਹੈ ਕਿ ਮੈਂ ਕੌਮ ਕੋਲੋਂ ਲੈਣਾ ਹੈ, ਮੈਂ ਦੇਸ਼ ਕੋਲੋਂ ਵੀ ਲੈਣਾ ਹੈ, ਮੈਂ ਮਿੱਤਰ ਕੋਲੋਂ ਤੇ ਪੱਤਰਾ ਕੋਲੋਂ ਲੈਣਾ ਹੈ, ਮੈਂ ਪੜੋਸੀ ਕੋਲੋਂ ਲੈਣਾ ਹੈ, ਮੈਂ ਦੁਸ਼ਮਣ ਕੋਲੋਂ ਵੀ ਲੈਣਾ ਹੈ। ਲੈਣ ਦੀ ਇਹ ਪ੍ਰਬਲ ਬਿਰਤੀ ਲੋਭ ਨੂੰ ਜਨਮ ਦਿੰਦੀ ਹੈ ਤੇ ਲੋਭ ਪਾਪ ਨੂੰ ਜਨਮ ਦਿੰਦਾ ਹੈ। ਇਹ ਪਾਪ ਅਪਰਾਧ ਦੀ ਸ਼ਕਲ ਧਾਰਨ ਕਰ ਜਾਂਦਾ ਹੈ। ਜਦ ਕਾਮ ਦਾ ਵੇਗ ਸੀਮਾ ਵਿੱਚ ਹੁੰਦਾ ਹੈ ਤਾਂ ਜਿਸ ਸਮਾਜ ਦਾ ਜਨਮ ਹੁੰਦਾ ਹੈ ਉਸ ਵਿੱਚ ਸ਼ਰਮ, ਹਿਆ, ਲੱਜਾ, ਸ਼ੀਲ, ਦੈਵੀ ਗੁਣਾਂ ਦੀ ਪ੍ਰਧਾਨਤਾ ਹੁੰਦੀ ਹੈ ਔਰ ਹੰਕਾਰ ਦੇ ਵਿਪਰੀਤ ਜਦ ਨਿਰਮਾਨਤਾ ਸਮਾਜ ਦੀ ਬੁਨਿਆਦ ਹੁੰਦੀ ਹੈ ਤਾਂ ਐਸੇ ਸਮਾਜ ਵਿੱਚ ਸੇਵਾ ਭਾਵ ਦਾ ਜਨਮ ਹੁੰਦਾ ਹੈ। ਰਾਜੇ ਦੀ ਸਿਰਫ ਪ੍ਰਜਾ ਹੀ ਸੇਵਾ ਹੀ ਕਰਦੇ ਹਨ। ਨਿਰਮਾਨਤਾ ਦੇ ਜਨਕ ਹਰੀਸ਼ ਚੰਦਰ, ਗੁਪਤ ਚੰਦਰ, ਬਿਕਰਮਜੀਤ, ਅਸ਼ੋਕ ਤੇ ਮਹਾਰਾਜਾ ਰਣਜੀਤ ਸਿੰਘ ਜੈਸੇ ਨਿਰਮਾਣ ਤੇ ਸੇਵਾ ਭਾਵ ਵਾਲੇ ਰਾਜਿਆਂ ਨੂੰ ਜਨਮ ਦਿੱਤਾ ਹੈ। ਦੂਜੇ ਦੀ ਸੇਵਾ ਕਰਨੀ ਰਾਜਾ ਤੇ ਪ੍ਰਜਾ ਆਪਣਾ ਕਰਤੱਵ ਸਮਝਦੇ ਹਨ। ਜਦ ਲੋਭ ਦੇ ਵਿਪਰੀਤ ਸੰਤੋਖ ਦਾ ਵਾਸਾ ਹੁੰਦਾ ਹੈ, ਲੈਣ ਦੀ ਥਾਂ 'ਤੇ ਦੇਣ ਦੀਆਂ ਬਿਰਤੀਆਂ ਉਜਾਗਰ ਹੁੰਦੀਆਂ ਹਨ। ਮਾਂ-ਬਾਪ ਨੂੰ ਦੇਣਾ ਹੈ, ਕੌਮ ਨੂੰ ਕੁਛ ਦੇਣਾ ਹੈ, ਦੇਸ਼ ਨੂੰ ਕੁਛ ਦੇਣਾ ਹੈ, ਸੰਸਾਰ ਨੂੰ ਕੁਛ ਦੇਣਾ ਹੈ। ਭਾਵੇਂ ਦੇਣ ਦੀ ਸਮਰੱਥਾ ਕੋਲ ਨਾ ਹੋਵੇ, ਸਿਰਫ ਦੇਣ ਦਾ ਭਾਵ ਹੋਵੇ ਤਾਂ ਦੇਣ ਦੀ ਬਿਰਤੀ ਦਾਨ ਨੂੰ ਜਨਮ ਦਿੰਦੀ ਹੈ। ਦਾਨ ਧਿਆਨ ਨੂੰ ਜਨਮ ਦਿੰਦਾ ਹੈ ਤੇ ਧਿਆਨ ਗਿਆਨ ਨੂੰ ਜਨਮ ਦਿੰਦਾ ਹੈ। ਕਿਸੇ ਨੂੰ ਸੁੱਖ ਦੇਣਾ ਹੈ, ਕਿਸੇ ਨੂੰ ਇੱਜ਼ਤ ਦੇਣੀ ਹੈ, ਕਿਸੇ ਨੂੰ ਆਰਾਮ ਦੇਣਾ ਹੈ, ਕਿਸੇ ਨੂੰ ਧਨ ਦੇਣਾ ਹੈ। ਦੇਣ ਦੀ ਬਿਰਤੀ ਦਾਨ ਈਸ਼ਵਰੀ ਗਿਆਨ ਨੂੰ ਜਨਮ ਦਿੰਦਾ ਹੈ। ਐਸਾ ਸਮਾਜ ਇੱਕ ਪਵਿੱਤਰਪੁਣੀ ਸਮਾਜ ਹੁੰਦਾ ਹੈ। ਪਾਪ ਵਿਦਾ ਹੋ ਜਾਂਦਾ ਹੈ ਕਿਉਂਕਿ ਖਾਣ ਦੀ ਬਿਰਤੀ ਮਿਟ ਜਾਂਦੀ ਹੈ, ਦੇਣ ਦੀ ਬਿਰਤੀ ਪੈਦਾ ਹੋ ਜਾਂਦੀ ਹੈ। ਕ੍ਰੋਧ ਤੇ ਮੋਹ ਉਕਸਾਹਟ ਨਾਲ ਪੈਦਾ ਹੁੰਦੇ ਹਨ। ਕਾਮ ਪੂਰਤੀ ਵਿੱਚ ਜੋ ਬਾਧਕ ਬਣੇ ਉਸ 'ਤੇ ਕ੍ਰੋਧ ਆਉਂਦਾ ਹੈ ਔਰ ਜੋ ਸਹਾਇਕ ਬਣੇ ਉਸ 'ਤੇ ਮੋਹ ਆਉਂਦਾ ਹੈ। ਪਿਆਰਾ ਲੱਗਦਾ ਹੈ। ਹੰਕਾਰ ਨੂੰ ਜਿਹੜਾ ਪੱਠੇ ਪਾਵੇ ਉਸ 'ਤੇ ਮੋਹ ਆਉਂਦਾ ਹੈ, ਜਿਹੜਾ ਬਾਧਕ ਬਣੇ ਉਸ 'ਤੇ ਕ੍ਰੋਧ ਆਉਂਦਾ ਹੈ। ਲੋਭ ਦੀ ਜਿਹੜਾ ਪੂਰਤੀ ਕਰ ਦੇਵੇ ਉਸ 'ਤੇ ਮੋਹ ਆਉਂਦਾ ਹੈ ਔਰ ਜਿਹੜਾ ਲੋਭ ਪੂਰਤੀ ਵਿੱਚ ਬਾਧਕ ਬਣੇ ਉਸ 'ਤੇ ਕ੍ਰੋਧ ਆਉਂਦਾ ਹੈ। ਇਸ ਤਰ੍ਹਾਂ ਮੋਹ ਔਰ ਕ੍ਰੋਧ ਉਕਸਾਹਟ ਨਾਲ ਪੈਦਾ ਹੁੰਦੇ ਹਨ। ਸਮਾਜ ਦਾ ਮੂਲ ਔਗੁਣੀ ਢਾਂਚਾ ਕਾਮ, ਹੰਕਾਰ ਤੇ ਲੋਭ 'ਤੇ ਖੜਾ ਹੁੰਦਾ ਹੈ। ਇਸ ਵਾਸਤੇ ਤੇ ਕਦੀ ਦੁਰਾਚਾਰ ਤੇ ਕਦੀ ਜ਼ੁਲਮ ਤੇ ਕਦੀ ਪਾਪ ਪ੍ਰਧਾਨ ਹੁੰਦਾ ਹੈ। ਇਹਨਾਂ ਦੇ ਵਿਪਰੀਤ ਜਦ ਗੁਣ ਆਸ਼ਰਿਤ ਸਮਾਜ ਹੁੰਦਾ ਹੈ ਤਾਂ ਉਹ ਸਮਾਜ ਪਵਿੱਤਰ, ਨਿਰਮਾਣ ਤੇ ਲੱਜਾ ਸ਼ਰਮ ਵਾਲਾ ਹੁੰਦਾ ਹੈ। ਪ੍ਰਿਥਵੀ ਤੇ ਐਸੇ ਸਮਾਜ ਨੂੰ ਲਿਆਉਣ ਵਿੱਚ ਯਤਨਸ਼ੀਲ ਰਹਿਣਾ ਚਾਹੀਦਾ ਹੈ। ਚੱਲਦਾ